द खालसा टीवी परिवार ਨੂੰ ਦਿਲੋਂ ਮੋਹ ਕਰਨ ਵਾਲੇ ਦੋਸਤੋ, ਸਾਡੇ ਸ਼ੋਅ ਸਪੈਸ਼ਲ ਚਰਚਾ ਵਿੱਚ ਸਵਾਗਤ ਹੈ। ਹੋਸਟ ਕਮਲਜੀਤ ਸਿੰਘ ਬਨਵੈਦ ਦੀ ਸਤਿ ਸ੍ਰੀ ਅਕਾਲ। ਤੁਸੀਂ ਅੱਜ ਦਿੱਲੀ ਦੀਆਂ ਬਰੂਹਾਂ ਤੇ ਜਸ਼ਨ ਮਨਾ ਰਹੇ ਹੋ, ਪਰ ਮੇਰੀਆਂ ਅੱਖਾਂ ਅੱਗੇ 25 ਨਵੰਬਰ 2020 ਦਾ ਉਹ ਸੀਨ ਘੁੰਮ ਰਿਹਾ ਜਦੋਂ ਹਰਿਆਣਾ ਪੁਲਿਸ ਨੇ ਦਿੱਲੀ ਜਾ ਰਹੇ ਕਿਸਾਨਾਂ ਨੂੰ ਸ਼ੰਭੂ ਬਾਰਡਰ ਤੇ ਰੋਕ ਲਿਆ ਸੀ। ਸ਼ੰਭੂ ਬਾਰਡਰ ਤੇ ਜਿਉਂ ਹੀ ਪੁਲਿਸ ਨੇ ਰੋਕਿਆ ਤਾਂ ਕਿਸਾਨ ਨੇਤਾ ਬਲਵੀਰ ਸਿੰਘ ਰਾਜੇਵਾਲ ਨੇ ਕਹਿ ਦਿੱਤਾ ਕਿ ਜਿੱਥੇ ਪੁਲਿਸ ਰੋਕਿਆ ਉੱਥੇ ਹੀ ਬਹਿ ਜਾਊਗੀ। ਪਰ ਜਿਹੜਾ ਕਿਸਾਨਾਂ ਦਾ ਜੋਸ਼ ਸੀ, ਜਿਹੜਾ ਕਿਸਾਨਾਂ ਦੀ ਨਾਲ ਹੋਸ਼ ਸੀ, ਉਹਨੇ ਜਿਹੜੇ ਰੰਗ ਆ ਉਹ ਵੱਖਰੇ ਲਿਆਤੇ ਕਿ 19 ਨਵੰਬਰ 2021 ਨੂੰ ਦੇਸ਼ ਦੇ ਹਾਕਮ ਨੂੰ ਝੁਕਣਾ ਪਿਆ, ਉਹਦੀ ਧੌਣ ਨੀਵੀਂ ਹੋਈ। 25 ਨਵੰਬਰ 2020 ਦੀ ਸੀਨ ਮੁਤਾਬਕ ਮੈਂ ਯਾਦ ਕਰਾਂ ਤਾਂ ਜਦੋਂ ਕਿਸਾਨਾਂ ਨੂੰ ਰੋਕਿਆ ਹਰਿਆਣਾ ਪੁਲਿਸ ਨੇ ਤਾਂ ਬਲਵੀਰ ਸਿੰਘ ਰਾਜੋਵਾਲ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਗੱਲ ਕਰਨ ਗਏ ਕਿ ਜੇ ਤੁਸੀਂ ਸਾਨੂੰ ਗਾਹਾਂ ਜਾਣ ਦੀ ਇਜਾਜ਼ਤ ਨਹੀਂ ਦਿੰਦੇ ਤਾਂ ਅਸੀਂ ਇੱਥੇ ਧਰਨਾ ਲਾ ਲਾਂਗੇ, ਕਿਉਂਕਿ ਇਹ ਪ੍ਰੋਗਰਾਮ ਪਹਿਲਾਂ ਉਲੀਕਿਆ ਗਿਆ ਸੀ। ਉਹ ਅਜੇ ਗੱਲ ਕਰਕੇ ਵਾਪਸ ਆ ਰਹੇ ਸਨ ਕਿ ਕਿਸਾਨ ਸਾਡੀ ਨੌਜਵਾਨੀ ਨੇ ਪੁਲਿਸ ਵੱਲੋਂ ਲਾਏ ਭਾਰੇ ਭਾਰੇ ਪੱਥਰ ਜਿਹੜੇ ਆ ਉਹ ਫੁੱਟਬਾਲ ਦੀ ਤਰ੍ਹਾਂ ਉਡਾ ਹਵਾ ਵਿੱਚ, ਤੇ ਇਹਨਾਂ ਜਵਾਨਾਂ ਵਿੱਚ ਨਿਸ਼ਚੈ ਕਰ ਆਪਣੀ ਜੀਤ ਕਰੂੰ ਜਾਂ ਸ਼ੁਭ ਕਰਮ ਤੇ ਕਬੂ ਨਾ ਕਰੂੰ ਦਾ ਜਿਹੜਾ ਜੋਸ਼ ਸੀ ਉਹਦੇ ਨਾਲ ਇਹਨਾਂ ਨੇ ਜਿਹੜੇ ਜੇਸੀਬੀ ਖੜੀਆਂ ਕੀਤੀਆਂ ਗਈਆਂ ਸੀ ਜਾਂ ਜਿਹੜੀਆਂ ਹੋਰ ਰੁੱਕਾਂ ਲਾਈਆਂ ਗਈਆਂ ਸੀ ਉਹ ਸਾਰੀਆਂ ਦੀ ਸਾਰੀਆਂ ਪੱਟ ਮਾਰੀਆਂ ਤੇ ਕਿਸਾਨ ਪਹੁੰਚ ਗਏ ਦਿੱਲੀ। ਦਿੱਲੀ 1 ਸਾਲ ਦੇ ਸਮੇਂ ਦੌਰਾਨ ਨਾ ਇਹਨਾਂ ਨੇ ਤਪਸ਼ ਦੇਖੀ, ਨਾ ਠੰਡ, ਨਾ ਕੋਰਾ, ਨਾ ਬਿਮਾਰੀ ਤੇ ਨਾ ਕੋਈ ਹੋਰ ਸੰਕਟ। ਡਟੇ ਰਹੇ। ਪਤਾ ਕਿਸ ਕਰਕੇ? ਕਿਉਂਕਿ ਕਿਸਾਨਾਂ ਨੂੰ ਇਹ ਪਤਾ ਸੀ ਕਿ ਖੇਤੀ ਪਹਿਲੇ ਹੀ ਸੰਕਟ ਵਿੱਚ ਦੀ ਲੰਘ ਰਹੀ ਆ ਤੇ ਉੱਪਰ ਤੋਂ ਜਿਹੜੀ ਸੱਟ ਹਾਕਮ ਨੇ ਮੌਕਾ ਦੇਖ ਕੇ ਮਾਰੀ ਆ, ਜੇ ਇਹ ਸੱਟ ਨੂੰ ਉਹਨਾਂ ਨੇ ਸਹਿ ਲਿਆ ਤਾਂ ਮੁੜ ਕੇ ਉੱਠਿਆ ਨਹੀਂ ਜਾਣਾ। ਪੰਜਾਬ ਦਾ ਕਿਸਾਨ ਜਿਹੜਾ ਆ ਉਹ ਮਜ਼ਦੂਰ ਬਣ ਕੇ ਰਹਿ ਜਾਊ। ਉਹਨੂੰ ਰੋਟੀ ਜਿਹੜੀ ਆ ਉਹ ਲੋਕਾਂ ਤੋਂ ਮੰਗ ਕੇ ਖਾਣੀ ਪਊ। ਆਪਣੀ ਫਸਲ ਜਿਹੜੀ ਸੁੱਟਦਾ ਆ ਰਿਹਾ ਉਹ ਸੁੱਟਣ ਦੇ ਇੱਕ ਪਾਸੇ ਰਹੀ, ਉਹਨੂੰ ਜਿਹੜੇ ਬੋਹ ਲਿਆ ਕਣਕ ਦੇ ਜਿਹੜੇ ਝੋਨੇ ਦੇ ਉਹਨੂੰ ਹੱਥ ਲਾਉਣ ਨੂੰ ਦੱਸੂਗਾ। ਗੱਲ ਆਪਾਂ ਕੀਤੀ ਹੈ ਕਿ ਕਿਸਾਨੀ ਜਿਹੜੀ ਪਹਿਲਾਂ ਹੀ ਸੰਕਟ ਵਿੱਚ ਸੀ, ਇਹ 3 ਖਾਲੀ ਖੇਤੀ ਕਾਨੂੰਨ ਲਿਆਉਣ ਨਾਲ ਹੋਰ ਵੱਡਾ ਸੰਕਟ ਆ ਗਿਆ ਤੇ ਇਹ ਸੰਕਟ ਜਿਹੜਾ ਆ ਇਹ ਕਿਸਾਨਾਂ ਨੂੰ ਇੰਝ ਦੱਸਣ ਲੱਗਾ ਕਿ ਜੇ ਇਹ ਸੰਕਟ ਦੀ ਮਾਰ ਝੱਲ ਲਈ ਤਾਂ ਕਿਸਾਨੀ ਤਾਂ ਮਰੀ, ਕਿਸਾਨ ਖਤਮ ਹੋਇਆ ਕਿ ਹੋਇਆ। ਸੋ ਕਿਸਾਨ ਨੇ ਧਾਰ ਲਿਆਈ ਕਰੋ ਜਾਂ ਮਰੋ ਦੀ ਨੀਤੀ। ਗੱਲ ਮੈਂ ਕੀਤੀ ਸੀ ਕਿ ਕਿਸਾਨੀ ਸੰਕਟ ਪਹਿਲਾਂ ਹੀ ਜਿਹੜਾ ਬੜੀ ਬੁਰੀ ਤਰ੍ਹਾਂ ਮੰਡਰਾ ਰਿਹਾ ਸੀਗਾ ਪੰਜਾਬ ਉੱਤੇ ਤੇ ਦੇਸ਼ ਦੇ ਦੂਜੇ ਹਿੱਸਿਆਂ ਉੱਤੇ, ਪਰ ਇਹ ਜਿਹੜਾ ਸੰਕਟ ਆ ਇਹ ਕਿਸਾਨ ਦਾ ਆਪਣਾ ਪੈਦਾ ਕੀਤਾ ਨਹੀਂ ਹੋਇਆ ਸੀ। ਸੋ ਇਹ ਵੀ ਜੇ ਕਹੀਏ ਤਾਂ ਦੇਸ਼ ਦੀਆਂ ਹਾਕਮਾਂ ਦੀ ਨੀਤੀਆਂ ਕਰਕੇ ਜਿਹੜਾ ਕਿਸਾਨੀ ਦਾ ਸੰਕਟ ਆ ਉਹ ਗਿਆ ਸੀ, ਕਿਉਂਕਿ ਜਿਹੜਾ ਸਰਕਾਰ ਆ ਨਾ ਉਹਨੂੰ ਚਿੰਤਾ ਸੀ ਕਿ ਕਿਸਾਨ ਕਰਜ਼ੇ ਹੇਠ ਕਿਉਂ ਡੁੱਬ ਰਿਹਾ, ਨਾ ਉਹਨੂੰ ਫਿਕਰ ਸੀ ਕਿ ਕਿਸਾਨ ਖੁਦਕੁਸ਼ੀਆਂ ਕਿਉਂ ਕਰ ਰਿਹਾ, ਨਾ ਉਹਨੂੰ ਇਹ ਚਿੰਤਾ ਸੀ ਕਿ ਜਿਹੜਾ ਪੰਜਾਬ ਦੀ ਜਵਾਨੀ ਆ ਜਾਂ ਦੇਸ਼ ਦੀ ਜਿਹੜੀ ਯੂਥ ਆ ਉਹ ਬਾਹਰ ਕਿਉਂ ਜਾ ਰਹੀ ਆ, ਉਹ ਦੂਜੇ ਦੇ ਹੱਥਾਂ ਵੱਲ ਕਿਉਂ ਤੱਕ ਰਹੀ ਆ। ਗੱਲ ਮੈਂ ਕਰਾਂਗਾ 1970 ਤੋਂ ਲੈ ਕੇ ਹੁਣ ਤੱਕ ਦੇ ਜਿਹੜੇ ਅੰਕੜੇ ਆ ਉਹਨਾਂ ਦੇ ਨਾਲ ਕਿ ਕਿਸਾਨੀ ਜਿਹੜੀ ਆ ਉਹ ਸੰਕਟ 'ਚ ਕਿੰਨੀ ਕੁ ਧੱਸਦੀ ਗਈ। ਅੰਕੜੇ ਦੱਸਦੇ ਆ ਕਿ GDP ਪੰਜਾਬ ਦੀ, ਜਿਹਦੇ ਵਿੱਚ ਕਿਸੇ ਵੇਲੇ ਖੇਤੀ ਦਾ 62% ਹਿੱਸਾ ਸੀਗਾ, ਅੱਜ ਉਹ ਘਟ ਕੇ ਜਿਹੜਾ ਆ 16% ਤੇ ਰਹਿ ਗਿਆ। ਇਹਦੇ ਉਲਟ ਖੇਤੀ ਤੇ ਨਿਰਭਰਤਾ ਭਾਵ ਕਿ ਜਿਹੜੀ ਸਾਡੀ ਕੁੱਲ ਆਬਾਦੀ ਆ ਉਹਦਾ 30% ਹਿੱਸਾ ਜਿਹੜਾ ਆ ਉਹ ਖੇਤੀ ਕਰਨ ਲੱਗਾ ਹੋਇਆ, ਜਦੋਂ ਕਿ 1960 ਵਿੱਚ ਸਾਡੀ ਆਬਾਦੀ ਦਾ 28% ਹਿੱਸਾ ਜਿਹੜਾ ਆ ਉਹ ਫਾਰਮਿੰਗ ਕਰਦਾ ਸੀ। ਸਾਡੀ ਜਿਹੜੀ ਆ ਲਾਗਤ ਵੱਧ ਗਈ, ਸਾਡੀ ਮੈਨ ਪਾਵਰ ਜਿਹੜੀ ਆ ਉਹ ਖੇਤਾਂ ਵਿੱਚ ਚਲੇ ਗਈ, ਪਰ ਬਾਵਜੂਦ ਇਹਦੇ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਆ, ਕਿਸਾਨ ਕਰਜ਼ੇ ਥੱਲੇ ਦੱਬਿਆ ਪਿਆ ਤੇ GDP ਜਿਹੜਾ ਹਿੱਸਾ ਆ ਉਹ ਘਟ ਕੇ ਕਿਤੇ ਦਾ ਕਿਤੇ ਰਹਿ ਗਿਆ। ਫਿਰ ਹੋਰ ਕਿ ਜੇ ਆਪਾਂ ਅੰਕੜੇ ਇਹ ਵੀ ਲੈ ਲਈਏ ਕਿ ਖੇਤੀ ਦੀ ਜਿਹੜੀ ਕਾਸ਼ਤਕਾਰ ਆ ਉਹਦੇ ਵਿੱਚ ਵੀ ਕਿਸਾਨੀ ਦਾ ਹਿੱਸਾ ਵਧਿਆ, ਪਹਿਲਾਂ ਨਾਲੋਂ ਮਜ਼ਦੂਰਾਂ ਦੀ ਗਿਣਤੀ ਘਟੀ ਆ।
ਆਪਾਂ ਇਹਨੂੰ ਹੋਰ ਥੋੜਾ ਸਰਲ ਕਰ ਲਈਏ ਕਿ ਸਮੇਂ ਦੇ ਬੀਤਣ ਨਾਲ ਜਿਹੜੀ ਜ਼ਮੀਨ ਆ ਉਹਦਾ ਬਟਵਾਰਾ ਹੁੰਦਾ ਗਿਆ, ਕਿਸਾਨ ਦਾ ਪਰਿਵਾਰ ਵੱਧਦਾ ਗਿਆ। ਸੋ ਵਧੀ ਹੋਈ ਆਬਾਦੀ ਦੇ ਹਿਸਾਬ ਨਾਲ ਜਿਹੜੀ ਕਾਸ਼ਤਕਾਰੀ ਸੀਗੀ ਉਹ ਵਧੇਰੇ ਕਿਸਾਨਾਂ ਦੇ ਪੱਲੇ ਪੈ ਗਈ। ਹੁਣ ਆਪਾਂ ਗੱਲ ਕਰਾਂਗੇ ਇਹ ਕਿ ਕਿਸਾਨ ਨੂੰ ਜਿਹੜੀ ਆਮਦਨ ਆ ਤੇ ਖਰਚਾ ਆ ਉਹਦਾ ਜਿਹੜਾ ਵਿਚਲਾ ਫਰਕ ਆ, ਜਿਹੜਾ ਅੰਤਰ ਆ, ਉਹਦੇ ਕਰਕੇ ਕਿਸਾਨ ਜਿਹੜਾ ਆ ਡੋਲ ਲਿਆ ਹੋਇਆ, ਜਾਂ ਆਪਾਂ ਕਹਿ ਲਈਏ ਕਿ ਕਿਸਾਨ ਜਿਹੜਾ ਆ ਉਹ ਮਜ਼ਬੂਤ ਨਹੀਂ ਰਿਹਾ। 1960 ਵਿੱਚ ਆਪਾਂ ਕਣਕ ਦਾ ਜਿਹੜਾ ਝਾੜ ਆ ਉਹ ਪ੍ਰਤੀ ਹੈਕਟੇਅਰ 24 ਕੁਇੰਟਲ ਸੀ, ਤੇ ਅੱਜ ਜਿਹੜਾ ਕਣਕ ਦਾ ਜਿਹੜਾ ਝਾੜ ਆ ਉਹ 46 ਕੁਇੰਟਲ ਪ੍ਰਤੀ ਹੈਕਟੇਅਰ ਆ। ਗੱਲ ਆਪਾਂ ਝੋਨੇ ਦੀ ਕਰ ਲਈਏ ਤਾਂ ਅੱਜ ਝੋਨਾ ਜਿਹੜਾ ਆ ਉਹ 38 ਕੁਇੰਟਲ ਪ੍ਰਤੀ ਹੈਕਟੇਅਰ ਨਿਕਲ ਰਿਹਾ, ਜਦੋਂ ਕਿ 1960-70 ਵਿੱਚ ਇਹ 20 ਕੁਇੰਟਲ ਸੀ। ਪਰ ਇਹਦੇ ਉਲਟ ਗੱਲ ਕਰ ਲਈਏ ਤਾਂ ਜਿਹੜੀ ਲਾਗਤ ਆ ਉਹ ਕਈ ਸੌ ਗੁਣਾ ਵੱਧ ਗਈ। ਕਿਸਾਨ ਨੂੰ ਖਾਦਾਂ ਜਿਹੜੀਆਂ ਵੱਧ ਪਾਉਣੀਆਂ ਪੈ ਰਹੀਆਂ, ਟਿਊਬਵੈੱਲਾਂ ਦਾ ਖਰਚਾ ਜ਼ਿਆਦਾ, ਡੀਜ਼ਲ ਜਿਹੜਾ ਉਹ ਜ਼ਿਆਦਾ ਖਰਚਾ ਹੋ ਗਿਆ, ਸੰਦ ਜਿਹੜੇ ਖੇਤੀ ਉਹ ਵਧੇਰੇ ਬਣਾਉਣੇ ਪੈ ਗਏ। ਪਰ ਜੇ ਆਪਾਂ ਝਾੜ ਦੀ ਕਰੀਏ ਜਾਂ ਗੱਲ ਆਮਦਨ ਦੀ ਕਰੀਏ ਜਾਂ ਇਹ ਤੋਂ ਵੀ ਅੱਗੇ ਜਾ ਕੇ ਗੱਲ ਜਿਹੜਾ ਕਿਸਾਨਾਂ ਨੂੰ ਮਿਲ ਰਿਹਾ ਭਾਅ ਉਹਦੀ ਗੱਲ ਕਰ ਲਈਏ ਤਾਂ ਭਾਅ ਜਿਹੜਾ ਆ ਉਹ ਦੋ ਹਿੱਸਿਆਂ ਨੂੰ ਆਪਾਂ ਲੈ ਕੇ ਜਿਹੜਾ ਆ ਮਲਟੀਪਲਾਈ ਨਹੀਂ ਹੋਇਆ, ਪਰ ਜਿਹੜਾ ਖਰਚਾ ਆ ਉਹ ਕਈ ਸੌ ਗੁਣਾ ਵੱਧ ਗਿਆ। ਅੰਕੜੇ ਇਹ ਵੀ ਬੋਲਦੇ ਆ ਕਿ 1960 ਵਿੱਚ ਪੂਰੇ ਜਿਹੜੇ ਆ 5 ਲੱਖ ਟਰੈਕਟਰ ਸੀਗੇ ਤੇ ਅੱਜ ਟਰੈਕਟਰ ਜਿਹੜੇ ਆ ਉਹ 10 ਲੱਖ ਹੋ ਗਏ, ਤੇ ਕਿਸਾਨੀ ਅੰਦੋਲਨ ਤੋਂ ਬਾਅਦ ਇਹ ਗਿਣਤੀ ਜਿਹੜੀ ਆ ਇਹਨਾਂ ਦੀ ਹੋਰ ਵਧੀ ਆ। ਇਸ ਤਰ੍ਹਾਂ ਹੀ ਟਿਊਬਵੈੱਲ ਜਿੱਤੇ ਖੇਤੀ ਨਿਰਭਰ ਕਰਦੀ ਆ ਉਹ ਕੋਈ 15 ਲੱਖ ਦੇ ਕਰੀਬ ਇਸ ਵੇਲੇ ਪੰਜਾਬ 'ਚ ਟਿਊਬਵੈੱਲ ਆ, ਜਦੋਂ ਕਿ 1960-70 ਵਿੱਚ ਇਹ ਗਿਣਤੀ ਜਿਹੜੀ ਸਿਰਫ 1.5 ਲੱਖ ਸੀ। ਗੱਲ ਸਿਰਫ ਟਿਊਬਵੈੱਲਾਂ ਦੀ ਗਿਣਤੀ ਵਧਣ ਦੀ ਨਹੀਂ ਹੈ, ਗੱਲ ਇਹ ਵੀ ਆ ਕਿ ਟਿਊਬਵੈੱਲ ਲਾਉਣ ਤੇ ਜਿਹੜੀ ਲਾਗਤ ਵਧੀ ਆ ਉਹ ਕਈ ਸੌ ਗੁਣਾ ਵੱਧ ਗਈ। ਪਾਣੀ ਜਿਹੜਾ ਆ ਉਹ ਥੱਲੇ ਚਲਾ ਗਿਆ, ਬਿਜਲੀ ਦੀ ਖਪਤ ਜਿਹੜੀ ਆ ਉਹ ਵੱਧ ਗਈ, ਖਾਦ ਦੀ ਜਿਹੜੀ ਵਰਤੋਂ ਆ ਉਹ ਵੱਧ ਗਈ, ਖਾਦ ਦਾ ਜਿਹੜਾ ਭਾਅ ਆ ਉਹ ਹੋਰ ਉੱਪਰ ਚਲਾ ਗਿਆ। ਫਿਰ ਇੱਕ ਹੋਰ ਸਭ ਤੋਂ ਵੱਡੀ ਗੱਲ ਜਿਹੜੀ ਸਾਡੇ ਹਾਕਮ ਨੇ ਨਹੀਂ ਪਛਾਣੀ ਕਿ ਖੇਤੀ ਖੇਤਰ ਜਿਹੜਾ ਆ ਉਹ ਭਾਰਤ ਵਿੱਚ 36% ਲੋਕਾਂ ਨੂੰ ਰੁਜ਼ਗਾਰ ਦੇ ਰਿਹਾ। ਤੇ ਹਾਕਮ ਇਹ ਚਾਹੁੰਦਾ ਸੀ ਕਿ ਇਹ ਜਿਹੜੀ ਖੇਤੀ ਦਾ ਹੱਕ ਆ ਉਹ ਕਾਰਪੋਰੇਟ ਘਰਾਣੇ ਚਲਾ ਜਾਵੇ, ਤੇ ਜਿਹੜੀ 36% ਦੀ ਜਿਹੜੀ ਹੈਗੀ ਆ ਸਾਡੀ ਲੇਬਰ ਉਹ ਕਿਸਾਨ ਉਹਨਾਂ ਦੇ ਖੇਤਾਂ 'ਚ ਮਜ਼ਦੂਰ ਬਣ ਕੇ ਕਰਨ। ਸੋ ਗੱਲ ਅੰਕੜੇ ਨਾਲ ਫਿਰ ਇਹ ਕਰਦੇ ਆ ਕਿ ਕਿਸਾਨੀ ਨੂੰ ਜਿਹੜੀ ਇਨਕਮ ਆ ਉਹ ਤਾਂ ਬਹੁਤ ਸੁਸਤ ਦਰ 'ਚ ਵਧੀ ਆ, ਪਰ ਖਰਚੇ ਜਿਹੜੇ ਆ ਉਹ ਕਈ ਸੌ ਗੁਣਾ ਵੱਧ ਗਏ। ਫਿਰ ਗੱਲ ਆਪਾਂ ਕਰੀਏ ਇਹ ਕਿ ਕਿਸਾਨ ਜਿਹਦੀ ਕਿ ਆਮਦਨ ਬੜੀ ਘੱਟ ਵਧੀ ਆ, ਖਰਚੇ ਜ਼ਿਆਦਾ ਵਧੇ ਆ, ਉੱਤੋਂ ਉਹਨੂੰ ਜਿਹੜਾ ਸਿੱਖਿਆ ਜਾਂ ਸਿਹਤ ਜੋ ਜ਼ਰੂਰੀ ਚੀਜ਼ਾਂ ਆ ਉਹ ਮਹਿੰਗੇ ਭਾਅ ਮਿਲ ਰਹੀਆਂ। ਸਰਕਾਰ ਨਾ ਸਿੱਖਿਆ ਨਾ ਹਸਪਤਾਲ ਜਿਹੜੇ ਆ ਸਰਕਾਰੀ ਸਕੂਲ ਜਾਂ ਹਸਪਤਾਲ ਨਹੀਂ ਮੁਹੱਈਆ ਕਰਵਾ ਸਕੀ, ਜਿਹਦਾ ਸਿੱਟਾ ਇਹ ਹੋਇਆ ਕਿ ਕਿਸਾਨਾਂ ਨੂੰ ਆਪਣੀ ਮੁੱਢਲੀ ਲੋੜ ਪੂਰੀ ਕਰਨ ਲਈ ਸਿਹਤ ਤੇ ਸਿੱਖਿਆ ਦੀ ਉਹ ਪ੍ਰਾਈਵੇਟ ਅਦਾਰਿਆਂ ਕੋਲ ਜਾਣਾ ਪਿਆ। ਸੋ ਅਜਿਹੇ ਸਮੇਂ ਵਿੱਚ ਜਿਹੜਾ ਕਿਸਾਨ ਆ ਉਹ ਸੰਕਟ ਵਿੱਚ ਬੁਰੀ ਤਰ੍ਹਾਂ ਫਸ ਚੁੱਕਾ ਸੀ। ਕਿਸਾਨ ਦਾ ਜਿਹੜਾ ਅੰਗ ਆ ਉਹ ਕਰਜ਼ੇ ਵਿੱਚ ਬਿੰਨਿਆ ਜਾ ਚੁੱਕਾ ਸੀ, ਖੁਦਕੁਸ਼ੀਆਂ ਹੋਣ ਲੱਗੀਆਂ ਸਨ। ਕਿਸਾਨ ਕਰਜ਼ਾ ਚੱਕ ਕੇ ਜਿਹੜਾ ਆ ਉਹ ਆਪਣੇ ਜਿਹੜੇ ਹੈਗੇ ਆ ਬੱਚਿਆਂ ਨੂੰ ਬਾਹਰ ਭੇਜਣ ਲੱਗਾ ਸੀ। ਫਿਰ ਉੱਤੋਂ ਸਰਕਾਰ ਕਿਸਾਨਾਂ ਦੀ ਬਾਹ ਫੜਨ ਦੀ ਥਾਂ ਇਹਨਾਂ ਤੇ ਤੋਹਮਤਾਂ ਲਾਉਂਦੀ ਰਹੀ। ਕਦੇ ਇਹ ਤੋਹਮਤਾਂ ਕਿ ਕਿਸਾਨ ਦਾ ਜਿਹੜਾ ਰਹਿਣ ਸਹਿਣ ਆ ਉਹ ਬੜਾ ਹਾਈ ਫਾਈ ਆ, ਕਦੇ ਇਹ ਤੋਹਮਤਾਂ ਕਿ ਕਿਸਾਨ ਖਰਚੇ ਫਾਲਤੂ ਕਰ ਰਿਹਾ। ਪਰ ਇੱਥੇ ਜਿਹੜੀ ਆ ਮੈਨੂੰ ਥੋੜੀ ਬਹੁਤ ਅਸਹਿਮਤੀ ਪ੍ਰਗਟ ਕਰਨੀ ਪਊਗੀ ਸਾਡੇ ਬੁੱਧੀਜੀਵੀਆਂ ਲੇਖਕਾਂ ਨਾਲ, ਅਰਥਸ਼ਾਸਤਰੀਆਂ ਨਾਲ ਵੀ, ਕਿ ਉਹਨਾਂ ਨੇ ਜਦੋਂ ਕਦੇ ਰਿਪੋਰਟਾਂ ਛਾਪੀਆਂ ਉਹਨਾਂ ਨੇ ਇਹੀ ਅੰਕੜੇ ਦਿੱਤੇ ਆ ਕਿ ਉਹ ਪਰਿਵਾਰ ਜਿਹੜੇ ਖਾਂਦੇ ਪੀਂਦੇ ਆ ਉਹਨਾਂ ਨੂੰ ਲੈ ਕੇ ਇਹ ਜਿਹੜੀ ਆ ਰਿਪੋਰਟਾਂ ਤਿਆਰ ਕਰਤੀਆਂ ਕਿ ਪੰਜਾਬ ਦਾ ਕਿਸਾਨ ਖੁਸ਼ਹਾਲ ਆ, ਜਿਹੜਾ ਪੰਜਾਬ ਦਾ ਕਿਸਾਨ ਆ ਉਹ ਐਸ਼ੋ-ਐਸ਼ੀ ਜ਼ਿੰਦਗੀ ਬਤੀਤ ਕਰ ਰਿਹਾ, ਪੰਜਾਬ ਦੇ ਕਿਸਾਨ ਕੋਲੇ ਇੰਨੀਆਂ ਕਾਰਾਂ ਹੋ ਗਈਆਂ। ਪਰ ਜਿਹੜੀ ਬਹੁ ਗਿਣਤੀ ਛੋਟਾ ਕਿਸਾਨ ਆ, ਮੱਧਮ ਦਾ ਕਿਸਾਨ ਆ, ਉਹਨੂੰ ਕਦੇ ਵੀ ਸਰਵੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਦੂਜੀ ਗੱਲ ਇਹ ਕਿ ਇਸ ਵੇਲੇ 3 ਜਿਹੜੇ ਕਾਨੂੰਨ ਆ ਉਹ ਵਾਪਸ ਲੈ ਗਏ, ਪਰ ਜਿਹੜੀ ਕਿਸਾਨ ਦੀ ਸੂਈ ਅੜਦੀ ਆ ਉਹ ਆ ਕੇ ਅੜਦੀ ਆ MSP ਤੇ। ਦੇਸ਼ ਦੇ ਹਾਕਮ ਨੇ 19 ਨਵੰਬਰ ਨੂੰ ਜੋ 3 ਕਾਲੇ ਕਾਨੂੰਨ ਵਾਪਸ ਲਏ ਤਾਂ ਇਹ ਕਹਿ ਦਿੱਤਾ ਕਿ MSP ਬਾਰੇ ਕਮੇਟੀ ਬਣਾਈ ਜਾਊਗੀ, ਪਰ ਕਿਸਾਨ ਕਹਿ ਰਿਹਾ ਕਿ MSP ਬਾਰੇ ਕਮੇਟੀ ਨਾ ਬਣਾਈ ਜਾਵੇ, ਸਗੋਂ MSP ਨੂੰ ਜਿਹੜੀ ਆ ਕਾਨੂੰਨੀ ਤੌਰ ਤੇ ਮਾਨਤਾ ਦਿੱਤੀ ਜਾਵੇ।
क्योंकि कानूनी तौर पर मानता दिते बिना किसान के हथ पल्ले कुछ भी पैण वाला नहीं। आपां एक होर तर्क जिहड़ा सरकार को दिता जाता जा रहा उहदे बारे गल कर लईए तां इह कि सरकार ये कह रही है कि जे MSP लागू कर दी जाती है तां देश के खजाने उत्ते 17 लाख करोड़ का बोझ पैना। ये गल जिहड़ी बिल्कुल तर्कहीन आ, क्योंकि सरकार जे ਵੱਖ-ਵੱਖ एजेंसियां राही जिहड़ी भी जिनिस खरीददी आ वो घट्टो घट्ट भी जे बहुता नहीं कहीए आपां 30% मार्जन नाल अगे बेचदी आ। भाव जे उन्हें 70 रुपए क्वांटल चीज़ कोई लई आ तां वो 100 रुपए क्वांटल बेचदी आ। सो इस तरह जिहड़ा सरकार आ इत्थे ही आपां कह रही है कि 5 लाख करोड़ रुपया जिहड़ा आ इत्थे बचा सकदी आ। फिर सरकार आंगनवाड़ियां वास्ते, मिड डे मील वास्ते जां जिहड़ियां इक होर स्कीमां चलाईयां जाणियां दाल अनाज मुफ्त दीयां स्कीमां जो उन्हां विच खरीदो खराबत आ उहदे विच किन्ना पैसा बचदा। सो ये जे आपां अंकड़िਆਂ की गल करिए तां किसान नूं जिहड़ी MSP आ वो मिलनी चाहिदी आ ते सरकार लई MSP देना किसी तरह भी घट दा सौदा नहीं। पर हाल की घड़ी जिवें कहा जा रहा कि किसान की जित की जिहड़ी शुरुआत है, किसान नूं हले होर लड़ना पऊगा। ये लड़ाई कित्थे तक जाती है ये हाल की घड़ी जिहड़ा आ वो समा दसेगा। हुण आपां जिवें पहलां गल कीती सी कि किसान लई करो जां मरो तो बिना कोई गुजारा नहीं जां उहदे कोल जिहड़ी कोई ऑप्शन नहीं सी बची। इहो गल है, इहो वजह है कि किसान कल्ला आप नहीं उहदा सारा दा सारा जिहड़ा परिवार आ वो अंदोलन विच कुद पिया। फिर किसान अंदोलन जिहड़ा पंजाब तो शुरू होया उन्हें तेज रफ्तार फड़ी हरियाणे तो, यूपी तो, मध्य प्रदेश तो। पिछे जहे हैदराबाद की जी रैली आ उन्हें एक इतिहास रचिया। वो इस करके कि देश का जो किसान आ वो ये समझण लग पिया सी कि हुण अजिहे सानू एक लैके चौराहे ते खड़ा किया जा रहा कि जे जिहड़ा किसान आ हुण भी इकट्ठा ना होया, हुण भी मजबूत ना होया तां सरकार जिहड़ी किसानी नूं मारन ते आई हुई आ वो मार के रहेगी। सो अजिहा एक जिहड़ा पॉइंट आया जां आपां कह लईए यह कि किसान नूं इस वेले सोचण दा मौका मिल गया कि जे हुण तां कदे भी नहीं। सो किसान ने अपनी जिहड़ी एक स्ट्रैटजी बनाई आ, अपना जो एकता दिखाया, जो भाईचारा दिखाया, जो अपना बल दिखाया, जो सबर दिखाया, उहदे नाल किसान की जिहड़ी आ जित होई आ ते हाकमां दा जिहड़ा हंकार आ, जिहड़ी पाड़ो दी नीति आ वो जिहड़ी आ वो फेल हुई आ। पर हुण इत्थे एक जिहड़ी गल होर करनी बनदी आ MSP नाल जुड़ी हुई जां जिहड़ी सरकार ये कह रही आ कि खजाने खाली आ पंजाब समेत होर कई जिहड़े राज्यां उहदे विच आपां एक गल कर लईए कि जे साडे MLA MP पेंशन लैणियां बंद कर देण ते जे साडे MLA MP अपना टैक्स अपने खीसे 'चों भरन लग पण ते जे बाहरले गेड़े लाने बंद कर देण विदेशां दे ते जिहड़ा इलाज आ ये फॉरन कंट्री जां महंगे हस्पतालों 'च कराउण दी थां सरकारी हस्पतालों में करन लग पण तां मैनूं इंज लगदा कि जिहड़ा MSP का रौला पा के कहा जा रहा कि सरकार ते बोझ पै रहा 15 लाख का तां कई 15 लाख दे नाल जिहड़े आ वो बच सकदे आ। हुण जदों किसान जिहड़ा आ वो जित वल वधिया निरसंदेह किसान इस वेले खुश भी आ। पर असी खालसा टीवी वालों जिहड़ी एक तुहाडे नाल सलाह देनी कहांगे जां साडी जिहड़ी एक एडवाइस कहांगे जां असी जो महसूस करदे हां वे कि ये समा है जदों किसान नूं होर मजबूत होकर सोचना पवेगा तो किसान नूं ये समझना पवेगा कि जिहड़ा अंदोलन आ ये इत्थे खत्म नहीं होया, जिहड़ी ये साडी जित आ ये काफ़ी नहीं, सगों किसान नूं सूझ-बूझ नाल जिहड़े होर फैसले आ वो लैणे पैणगे। ते उस तो भी अगे दी गल यह कि किसान जे मुड़ हाकमां दे पंजे विचों बाहर निकलना चाहुंदा तां किसान नूं वो नीतियां बनाउणियां पैणगीਆਂ जिन्हां नाल जिहड़ा खेती संकट चों असीं बाहर निकल सकीए ते जिहड़ियां साडीਆਂ हैगीਆਂ आत्म हत्या दी जिहड़ी हैगी आ वो सारे तो बच सकीए। पर एक होर गल कि ये समा वो भी आ जदों सोचना पऊ कि सरकार ने किसान नूं जिस झोने कणक के चक्कर च फसाया सी ਉਹਦੇ ਵਿੱਚੋਂ ਬਾਹਰ ਕਿਵੇਂ ਨਿਕਲਣਾ, क्योंकि हरी क्रांति के नां ते झोने ਜਾਂ कणक के ਜਿਹੜਾ फसली चक्कर आ ਇਹਦੇ ਵਿੱਚ फसा के किसान ਨੂੰ ਜਿਹੜਾ ਆ अन्न उत्पादन करने ਲਈ ਪ੍ਰੇਰਿਆ ਗਿਆ ਤੇ ਬਾਅਦ ਚ किसान ਤੇ इल्जाम ला दिता गया कि किसान ने पानी हੇਠਾਂ ਲੈ ਦਿੱਤਾ, किसान ਜ਼ਹਿਰੀਲੀ ਦਵਾਈਆਂ ਪਾਉਣ ਲੱਗ ਗਿਆ। सो इस ਜਿਹੜੀ ਇੱਕ ਦੁਬਾਰਾ फिर गल दोहराउण वाली है कि किसान ਨੂੰ ਹਾਕਮਾਂ ਤੇ ਆਸ ਰੱਖਣ ਦੀ ਥਾਂ
ਖੇਤੀ ਸੰਕਟ ਚੋਂ ਬਾਹਰ ਨਿਕਲਣ ਲਈ ਜਾਂ ਖੇਤੀ ਦਾ ਖੇਤਰ ਆ ਉਹਨੂੰ ਮਜ਼ਬੂਤ ਕਰਨ ਲਈ ਆਪਣੇ ਆਪ ਜਿਹੜਾ ਆ ਉਹ ਹੰਭਲੇ ਮਾਰਨੇ ਪੈਣਗੇ, ਆਪਣੇ ਤੌਰ ਤੇ ਜਿਹੜੀ ਨੀਤੀਆਂ ਉਹ ਘੜਨੀਆਂ ਪੈਣਗੀਆਂ, ਜਾਂ ਫਿਰ ਇਹਦੇ ਲਈ ਜਿਹੜੇ ਸਾਡੇ ਖੇਤੀ ਮਾਹਰ ਆ ਉਹਨਾਂ ਦੀ ਰਾਏ ਲਈ ਜਾ ਸਕਦੀ ਆ, ਗੋਸ਼ਟੀਆਂ ਕਰਵਾਈਆਂ ਜਾ ਸਕਦੀਆਂ। ਪਰ ਇੱਕ ਗੱਲ ਜਿਹੜੀ ਆ ਪੱਕੀ ਆ ਕਿ ਕਿਸਾਨ ਸੰਕਟ ਜਿਹੜਾ ਆ ਉਹ 3 ਖੇਤੀ ਕਾਨੂੰਨ ਵਾਪਸ ਲੈਣ ਨਾਲ ਟਲਿਆ ਨਹੀਂ। ਕਿਸਾਨ ਨੂੰ ਸੁਚੇਤ ਰਹਿਣਾ ਪਊ, ਕਿਸਾਨ ਨੂੰ ਅਲਰਟ ਰਹਿਣਾ ਪਊ। ਬਾਵਜੂਦ ਅਸੀਂ ਇਸ ਦੇ ਅਸੀਂ ਉਹਨਾਂ ਕਿਸਾਨਾਂ ਨੂੰ, ਉਹਨਾਂ ਜਿਹੜੇ ਕੁਰਬਾਨੀ ਦੇਣ ਵਾਲੇ ਲੋਕ ਆ ਜਿਨ੍ਹਾਂ ਦੇ ਆਪਾਂ ਕਹਿ ਲਈਏ ਕਿ ਖੇਤੀ ਕਾਨੂੰਨ ਤਾਂ ਵਾਪਸ ਹੋ ਗਏ, ਜ਼ਮੀਨਾਂ ਬਚ ਗਈਆਂ ਪਰ ਪਰਿਵਾਰ ਨਹੀਂ ਬਚੇ, ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦੇ ਫੁੱਲ ਭੇਟ ਕਰਦੇ ਹਾਂ। ਪਰ ਨਾਲ ਦੀ ਨਾਲ ਜਿਹੜੀ ਕਿਸਾਨਾਂ ਦੀ ਜਿੱਤ ਆ ਅਸੀਂ ਉਹ ਜਿਹੜੀ ਆ ਆਪ ਵੀ ਸ਼ਾਮਲ ਹੁੰਦੇ ਆ। ਅੱਜ ਦਾ ਜਿਹੜਾ ਸਾਡਾ ਸਪੈਸ਼ਲ ਖਾਲਸ ਆ ਇਹਦੇ ਵਿੱਚ ਇੰਨਾ ਹੀ ਕਾਫੀ। ਕੱਲ੍ਹ ਨੂੰ ਮਿਲਾਂਗੇ ਇੱਕ ਨਵੀਂ ਚਰਚਾ ਦੇ ਨਾਲ। ਤਦ ਤੱਕ ਤੁਸੀਂ ਮੈਨੂੰ ਕਮਲਜੀਤ ਸਿੰਘ ਬੜੈਚ ਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ, ਸ਼ੁਕਰੀਆ, ਮਿਹਰਬਾਨੀ।